सूबे ਦੀਆਂ प्रमुख सियासी ਤੇ ਸਮਾਜਿਕ ਖਬਰਾਂ ਦੇ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕਾਂਗਰਸ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੰਜਾਬ ਦੇ ਵਿੱਚ ਈਡੀ ਵੱਲੋਂ ਜੋ ਛਾਪੇਮਾਰੀ ਕੀਤੀ ਗਈ ਹੈ, ਉਸ ਛਾਪੇਮਾਰੀ ਦੇ ਸੰਬੰਧ ਦੇ ਵਿੱਚ ਕਾਂਗਰਸ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਸ਼ਿਕਾਇਤ ਕੀਤੀ ਗਈ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ईडी ਦੀ ਛਾਪੇਮਾਰੀ ਪੰਜਾਬ ਦੇ ਵਿੱਚ ਕੀਤੀ ਗਈ ਹੈ ਤੇ ਇਸ ਛਾਪੇਮਾਰੀ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਇਲਜ਼ਾਮ ਕਾਂਗਰਸ ਵੱਲੋਂ ਵਿਰੋਧੀ ਪਾਰਟੀਆਂ ਤੇ ਲਗਾਏ ਗਏ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ईडी ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਜਾਣ। ਸੋ ਆਨਲਾਈਨ ਤਰੀਕੇ ਦੇ ਨਾਲ ਇਹ ਸ਼ਿਕਾਇਤ ਕਾਂਗਰਸ ਦੇ ਆਗੂਆਂ ਵੱਲੋਂ ਦਰਜ ਕਰਵਾਈ ਗਈ ਹੈ। ਹਰੀਸ਼ ਰਾਵਤ ਤੇ ਸੂਰਜੇਵਾਲਾ ਨੇ ਇਸ ਸ਼ਿਕਾਇਤ ਦੇ ਸੰਬੰਧ ਦੇ ਵਿੱਚ ਹਾਜ਼ਰੀ ਭਰੀ ਹੈ ਤੇ ਇਹ ਇਲਜ਼ਾਮ ਵਿਰੋਧੀ ਸਿਆਸੀ ਪਾਰਟੀਆਂ ਤੇ ਲਗਾਏ ਗਏ ਨੇ ਕਿ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਈਡੀ ਦੀ ਛਾਪੇਮਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਇਸ ਸ਼ਿਕਾਇਤ ਦੇ ਵਿੱਚ। ਸੋ ਕਾਂਗਰਸ ਵੱਲੋਂ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਹੈ। ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਸੰਬੰਧ ਦੇ ਵਿੱਚ ਜ਼ਰੂਰੀ ਦਿਸ਼ਾ ਨਿਰਦੇਸ਼ ਦੇਣ ਦੀ ਗੱਲ ਵੀ ਆਖੀ ਗਈ ਹੈ ਕਾਂਗਰਸ ਵੱਲੋਂ। ਤੁਹਾਨੂੰ ਦੱਸ ਦਈਏ ਕਿ ਈਡੀ ਵੱਲੋਂ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਸੀ। ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਵਿਰੋਧੀ ਸਿਆਸੀ ਪਾਰਟੀਆਂ ਦੀ ਤੇ ਇਹ ਵੀ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਇਸ ਕਾਰਵਾਈ ਦੇ ਤਹਿਤ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਣਦੀਪ ਸੂਰਜੇਵਾਲਾ ਤੇ ਹਰੀਸ਼ ਰਾਵਤ ਦੁਆਰਾ ਇਸ ਸ਼ਿਕਾਇਤ ਨੂੰ ਦਰਜ ਕਰਵਾਇਆ ਗਿਆ। ਉਧਰ ਸੂਬੇ ਦੇ ਵਿੱਚ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਬੀਜੇਪੀ ਨੇ ਪ੍ਰੈਸ ਕਾਨਫਰੰਸ ਕਰਕੇ ਸੂਬਾ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਨੇ। ਬੀਜੇਪੀ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ, ਈਡੀ ਆਪਣਾ ਕੰਮ ਕਰ ਰਹੀ ਹੈ। ਬੀਜੇਪੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਛਾਪੇਮਾਰੀ ਦੇ ਵਿੱਚ 10 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ ਤੇ ਇਸ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਬੀਜੇਪੀ ਨੇ ਇਲਜ਼ਾਮ ਲਗਾਏ ਨੇ ਕਿ ਕਾਂਗਰਸ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਸਭ ਪੰਜਾਬੀਆਂ ਨੂੰ ਪਤਾ, ਪੂਰੇ ਦੇਸ਼ ਨੂੰ ਪਤਾ ਹੈ ਕਿ ਇਲੀਗਲ ਮਾਈਨਿੰਗ ਪੰਜਾਬ 'ਚ ਕਿੱਡਾ ਵੱਡਾ ਭ੍ਰਿਸ਼ਟਾਚਾਰ ਦਾ ਧੰਦਾ ਬਣਿਆ ਹੋਇਆ ਹੈ ਔਰ ਕਾਂਗਰਸ ਨੇ ਇਹ ਸਰਕਾਰ ਇਹੀ ਨਾਰਾ ਦੇ ਕੇ ਬਣਾਈ ਸੀ ਪਿਛਲੀ ਸਰਕਾਰ ਕਿ ਅਸੀਂ ਇਲੀਗਲ ਮਾਈਨਿੰਗ ਨੂੰ ਸਮਾਪਤ ਕਰਾਂਗੇ। ਲੇਕਿਨ ਸਮਾਪਤ ਕੀ ਕਰਨੀ ਸੀ? ਇਸ ਗੋਰਖ ਧੰਦੇ ਦੇ ਅੰਦਰ ਕਾਂਗਰਸ ਦੇ ਮਿਨਿਸਟਰ, ਕਾਂਗਰਸ ਦੇ ਐਮਐਲਏ ਸਮੇਂ ਤੇ ਲਿਪਤ ਪਾਏ ਗਏ। ਹੱਦ ਤਾਂ ਹੁਣ ਪਰਸੋਂ ਹੋ ਗਈ, ਮੁੱਖ ਮੰਤਰੀ ਜੀ ਆਪਣੇ ਆਪ ਨੂੰ ਬੜਾ ਸਧਾਰਨ ਵਿਅਕਤੀ ਦੱਸਦੇ ਨੇ, ਬੁੱਕਲ ਵੀ ਮਾਰਦੇ ਨੇ, ਰਸਤੇ ਤੇ ਰੁਕ ਵੀ ਜਾਂਦੇ ਨੇ, ਚਾਹ ਵੀ ਪੀ ਲੈਂਦੇ ਨੇ। ਇਹ ਸਾਮਾन्य ਜਨਮਾਨਸ ਦੀਆਂ ਭਾਵਨਾ ਨਾਲ ਖਿਲਵਾੜ ਨਹੀਂ ਹੈ। ਰੇਡ ਹੁੰਦੀ ਹੈ ਉਹਨਾਂ ਦੇ ਭਤੀਜੇ ਦੇ ਘਰ ਤੇ 10 ਕਰੋੜ ਰੁਪਇਆ ਨਗਦ ਪ੍ਰਾਪਤ ਹੁੰਦਾ, 21 ਲੱਖ ਰੁਪਏ ਦਾ ਸੋਨਾ ਇਨਵੋਲਵ ਹੁੰਦਾ ਔਰ ਮੁੱਖ ਮੰਤਰੀ ਔਰ ਕਾਂਗਰਸ ਦੇ ਲੋਕ ਉਹਦੇ ਤੇ ਰਾਜਨੀਤੀ ਕਰਦੇ ਹੋਏ ਦਲਿਤ ਸ਼ਬਦ ਦਾ ਵੀ ਪ੍ਰਯੋਗ ਕਰਦੇ ਨੇ ਕਿ ਇਹ ਦਲਿਤਾਂ ਦੇ ਨਾਲ ਨਜਾਇਜ਼ ਹੋ ਰਹੀ ਹੈ। ਕਿਹੜਾ ਦਲਿਤ ਹੈ ਜਿਹੜਾ ਜਿਹਦੇ ਕੋਲ 10 ਕਰੋੜ ਰੁਪਇਆ ਕੈਸ਼ ਬਰਾਮਦ ਹੋ ਜੇ? ਉਹਨੂੰ ਤਾਂ ਵਿਚਾਰੇ ਨੂੰ 10 ਕਰੋੜ ਰੁਪਏ 'ਚ ਜ਼ੀਰੋ ਕਿੰਨੀਆਂ ਲੱਗਦੀਆਂ ਇਹਦੀ ਵੀ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋਏਗੀ। ਇਸ ਗੱਲ ਦੀ ਨਿਖੇਧੀ ਵੀ ਕਰਦੀ ਔਰ ਕਾਂਗਰਸ ਨੂੰ ਚੇਤਾਵਨੀ ਵੀ ਦਿੰਦੀ ਹੈ ਕਿ ਪੰਜਾਬ ਜਾਗ ਚੁੱਕਿਆ। ਹਰ ਚੋਰੀ ਕਰਨ ਤੋਂ ਬਾਅਦ ਦਲਿਤ ਕਾਰਡ ਖੇਲਣਾ ਬੰਦ ਕਰੋ। ਦਲਿਤ ਅਗਰ ਉਹਨਾਂ ਲਈ ਕੁਝ ਕਰਨਾ ਹੈ ਤੇ ਉਹਨਾਂ ਦੇ ਜੀਵਨ ਸਤਰ ਨੂੰ ਤੇ ਤੁਸੀਂ ਉੱਚਾ ਚੁੱਕ ਨਹੀਂ ਪਾਏ। ਉਹਨਾਂ ਦੀ ਆੜ ਦੇ ਅੰਦਰ ਆਪਣਾ ਤਜੋਰੀਆਂ ਤੁਸੀਂ ਭਰਦੇ ਹੋ ਔਰ ਫਿਰ ਉਹਦਾ ਰਾਜਨੀਤੀਕਰਨ ਕਰਦੇ ਹੋ। ਬਾਜ ਆਉਣਾ ਚਾਹੀਦਾ ਕਾਂਗਰਸ ਨੂੰ ਔਰ ਭਾਰਤੀ ਜਨਤਾ ਪਾਰਟੀ ਭ੍ਰਿਸ਼ਟਾਚਾਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਸੰਕਲਪ ਲਿਆ ਕਿ ਜਿੱਦਾਂ ਟੈਰਰਿਜ਼ਮ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ, ਭ੍ਰਿਸ਼ਟਾਚਾਰ ਦੇ ਖਿਲਾਫ ਵੀ ਜ਼ੀਰੋ ਟੋਲਰੈਂਸ ਹੈ। ਔਰ ਬੀਜੇਪੀ ਪੰਜਾਬ ਨੇ ਵੀ ਇਹ ਪ੍ਰਣ ਲਿਆ, ਇਹ ਸੰਕਲਪ ਲਿਆ ਕਿ ਜਿਹੜਾ ਨਵਾਂ ਪੰਜਾਬ ਹੋਏਗਾ ਉਹਦੇ 'ਚ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਨੂੰ ਲੈ ਕੇ ਹੋਏਗੀ
ਔਰ ਭ੍ਰਿਸ਼ਟਾਚਾਰ ਨੇ ਜਿਹੜਾ ਜੜ੍ਹਾਂ ਤੱਕ ਵੱਧ ਚੁੱਕਿਆ ਉਹਨੂੰ ਸਮਾਪਤ ਕਰਨ ਦਾ ਸੰਕਲਪ ਪਾਰਟੀ ਸਾਡੀ ਨੇ ਵੀ ਦੁਹਰਾਇਆ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਤੋਂ ਚੋਣਾਂ ਲੜਨਗੇ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਧੂਰੀ ਦੇ ਲੋਕਾਂ ਦੇ ਨਾਲ ਭਾਵਨਾਤਮਕ ਗੱਲਬਾਤ ਕੀਤੀ ਹੈ। ਮਾਨ ਨੇ ਕਿਹਾ ਹੈ ਕਿ ਉਹ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਧੂਰੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਹਮੇਸ਼ਾ ਸ਼ਮੂਲੀਅਤ ਕਰਦੇ ਰਹਿਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 'ਚ, ਅਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ 'ਤੇ ਜਿੱਤੀ ਗਈ ਸੀ, ਅਤੇ 2017 'ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 'ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਅਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ 'ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ, ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਹੈ ਮੈਨੂੰ ਦਿਓਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਉਧਰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਵੱਲੋਂ ਧੂਰੀ ਤੋਂ ਚੋਣਾਂ ਲੜਨ ਦੇ ਐਲਾਨ ਬਾਰੇ ਦੱਸਿਆ ਗਿਆ ਹੈ। ਰਾਘਵ ਚੱਡਾ ਨੇ ਕਿਹਾ ਕਿ ਭਗਵੰਤ ਮਾਨ ਉਸੇ ਇਲਾਕੇ ਤੋਂ MP ਨੇ ਜਿੱਥੋਂ ਉਹ ਧੂਰੀ ਤੋਂ ਚੋਣਾਂ ਲੜ ਰਹੇ ਨੇ। ਉਹਨਾਂ ਕਿਹਾ ਹੈ ਕਿ ਭਗਵੰਤ ਮਾਨ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨ ਦੀ ਉਹਨਾਂ ਨੇ ਉਮੀਦ ਜਤਾਈ ਹੈ। ਰਾਘਵ ਚੱਡਾ ਨੇ ਕਿਹਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਸੋ ਰਾਘਵ ਚੱਡਾ ਵੱਲੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ। ਰਾਘਵ ਚੱਡਾ ਨੇ ਇਸ ਗੱਲ ਤੇ ਭਰੋਸਾ ਪ੍ਰਗਟ ਕੀਤਾ ਹੈ ਕਿ ਭਗਵੰਤ ਮਾਨ ਜ਼ਰੂਰ ਪੰਜਾਬ ਦੇ CM ਬਣਨਗੇ। 2022 का इलेक्शन धूरी हलके से लड़ाने जा रही है। धूरी हलका भगवंत मान साहब का लोकसभा क्षेत्र संगरूर उसमें आता है। भगवंत मान साहब का अपना होम टाउन भी संगरूर जिले में आता है। आम आदमी पार्टी हैज डिसाइडेड that Aam Aadmi Party's CM candidate of 2022 elections will contest the assembly elections from the constituency Dhuri. Dhuri constituency falls under the Sangrur district, which is also the hometown of Bhagwant Maan Sahab. Dhuri constituency falls under the Lok Sabha seat of Sangrur, which is also the seat which Bhagwant Maan Sahab has represented in the Lok Sabha in the year 2014 and 2019. हमें विश्वास है कि इस बार धूरी के लोग बहुत प्यार और आशीर्वाद भगवंत मान साहब पे बख्शेंगे और रिकॉर्ड तोड़ वोटों से भगवंत मान साहब धूरी हलके से इलेक्शन जीतेंगे। आम आदमी पार्टी साफ तौर पे 2022 के इलेक्शन की फ्रंट रनर बनती नजर आ रही है। सारे ओपिनियन पोल्स, सारे सर्वे ये दिखा रहे हैं कि आम आदमी पार्टी की सरकार 2022 में बनने जा रही है। ਤੇ ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਆਮ ਆਦਮੀ ਪਾਰਟੀ ਦੇ ਆਗੂ BJP ਦੇ ਵਿੱਚ ਸ਼ਾਮਲ ਹੋ ਗਏ ਨੇ। ਆਮ ਆਦਮੀ ਪਾਰਟੀ ਆਗੂ ਮੁਖਵਿੰਦਰ ਸਿੰਘ ਮੋਖਾ BJP ਦੇ ਵਿੱਚ ਸ਼ਾਮਲ ਹੋ ਗਏ ਨੇ। ਅਵਿਨਾਸ਼ ਰਾਏ ਖੰਨਾ ਦੀ ਮੌਜੂਦਗੀ ਦੇ ਵਿੱਚ BJP ਨੂੰ ਉਹਨਾਂ ਨੇ ਜੁਆਇਨ ਕੀਤਾ ਤੇ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਸਿਆਸੀ ਇਲਜ਼ਾਮ ਵੀ ਲਗਾਏ ਨੇ। ਮੁਖਵਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਵੇਚੀਆਂ ਜਾ ਰਹੀਆਂ ਨੇ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਦੇ ਉੱਪਰ ਵੀ ਤਿੱਖਾ ਸਿਆਸੀ ਨਿਸ਼ਾਨਾ ਲਗਾਇਆ ਹੈ। ਭਾਰਤੀ ਜਨਤਾ ਪਾਰਟੀ ਪੂਰੇ ਇਲੈਕਸ਼ਨ ਮੋਡ 'ਚ ਹੈ। ਅੱਜ ਖੁਸ਼ੀ ਹੈ ਕਿ ਡੇਲੀ ਕੋਈ ਨਾ ਕੋਈ ਪਾਰਟੀ ਦੇ ਵਿੱਚ ਸੀਨੀਅਰ ਲੋਕ, ਸਮਾਜ ਦੇ ਕਦਵਰ ਲੋਕ ਪਾਰਟੀ ਸ਼ਾਮਲ ਹੋ ਰਹੇ ਨੇ। ਅੱਜ ਵੀ ਸਾਡੇ ਸਾਬਕਾ ਸਰਪੰਚ MC, ਇਹਨਾਂ ਦੀ ਸਿਸਟਰ ਵੀ MC ਹੈ ਮਲਕਿੰਦਰ ਸਿੰਘ ਦੀ, ਔਰ ਗੋਲਡੀ ਜੀ ਇਹ ਪਾਰਟੀ 'ਚ ਜੁਆਇਨ ਕੀਤੇ ਨੇ। ਔਰ ਸਾਡਾ ਪਰਿਵਾਰ ਵੱਧ ਰਿਹਾ ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਪਾਲਿਸੀਜ਼ ਸਾਡੀਆਂ ਪੋਜ਼ਿਟਿਵ ਵੇ ਨਾਲ ਅਸੀਂ ਕੰਮ ਕਰਨੀਆਂ ਨਹੀਂਆਂ। ਪੰਜਾਬ ਅੱਜ ਸਰਕਾਰ ਬਣਾਉਣ ਲਈ ਅਸੀਂ ਲੜਾਈ ਲੜ ਰਹੇ ਹਾਂ, ਪਹਿਲੀ ਵਾਰ ਆਪਣੀ ਸਰਕਾਰ ਬਣਾਉਣ ਦੀ। ਇਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ। ਮੈਂ ਕੱਲ੍ਹ ਤੋਂ ਇੱਥੇ ਇਕੱਲੀ ਕੰਸਟੀਚੁਐਂਸੀ ਦੀ ਮੀਟਿੰਗਾਂ ਲੈ ਰਹੇ ਹਾਂ, ਔਰ ਅੱਜ ਸ਼ਾਮ ਤੱਕ ਅੰਮ੍ਰਿਤਸਰ ਸ਼ਹਿਰ ਦੀਆਂ 5 ਕੰਸਟੀਚੁਐਂਸੀਆਂ ਨੇ, ਇਹਨਾਂ ਦੀਆਂ ਮੀਟਿੰਗਾਂ ਪੂਰੀਆਂ ਹੋ ਜਾਣਗੀਆਂ। ਕਾਰਜਕਰਤਾ ਪੂਰਾ ਜਿਹੜਾ ਹੈ ਜੋਸ਼ ਨਾਲ ਇਸ ਇਲੈਕਸ਼ਨ ਨੂੰ ਲੜਨ ਲਈ ਤਿਆਰ ਹੈ, ਔਰ ਆਸ ਕਰਦੇ ਹਾਂ ਕਿ ਕੱਲ੍ਹ ਤੱਕ ਸਾਡੀਆਂ ਸੀਟਾਂ ਵੀ ਅਨਾਉਂਸ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਇੱਕ ਹੋਰ ਨਵਾਂ ਉਤਸ਼ਾਹ ਜਿਹੜਾ ਹੈ ਉਹ ਕਾਰਜਕਰਤਾ 'ਚ ਆਏਗਾ। ਅੱਜ ਵੀ ਦੇ ਦੇਣ ਮੇਰੇ ਸਾਹਮਣੇ ਬਹਿ ਗਏ ਵੀ ਜੇ ਦਿੱਲੀ ਦੇ ਵਿੱਚ 1000 ਰੁਪਇਆ ਨਹੀਂ ਦੇ ਸਕੇ, ਪੰਜਾਬ 'ਚ ਕਿਵੇਂ ਦੇ ਦੇਣਗੇ? ਇਹ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਤੁਸੀਂ ਦਾਅਵੇਦਾਰ ਸੋ ਟਿਕਟ ਦੇ ਉੱਤੇ ਰਾਜਸਥਾਨੀ ਹਲਕੇ ਮੈਂ ਇਸੇ ਕਰਕੇ ਛੱਡਿਆ ਵੀ ਜਦੋਂ 1000 ਰੁਪਏ ਦੀ ਪਰਚੀ ਦਾ ਮੈਨੂੰ ਕਿਹਾ ਕੱਟ ਕੇ ਲਿਆ, ਮੈਂ ਕਿਹਾ ਜੀ ਮੈਂ ਨਹੀਂ ਕਰ ਸਕਦਾ, ਇਹ ਝੂਠਾ ਵਾਦਾ ਮੈਂ ਨਹੀਂ ਕਰ ਸਕਦਾ। ਟਿਕਟ ਵਾਸਤੇ ਪੈਸੇ ਮੰਗੇਗੇ? ਬਿਲਕੁਲ 4-4 ਕਰੋੜ ਰੁਪਇਆ ਲੈ ਕੇ ਲੋਕਾਂ ਨੂੰ ਟਿਕਟਾਂ ਦਿੱਤੀਆਂ, ਔਰ ਮੈਂ 15 ਸਾਲ BJP 'ਚ ਰਿਹਾ, ਮੈਂ ਘਰ ਵਾਪਸੀ ਕੀਤੀ ਆ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਨਹੀਂ, ਆਮ ਆਦਮੀ ਪਾਰਟੀ ਦਾ ਕੋਈ ਕੈਂਡੀਡੇਟ ਇਮਾਨਦਾਰ ਨਹੀਂਗਾ। ਮੈਂ ਨਾ ਜੀ ਤੁਸੀਂ ਵੇਖ ਹੀ ਲੈਣਾ ਕਿੰਨਾ ਰੌਲਾ ਪੈਣ ਡਿਆ, ਇਹਨਾਂ ਸਾਰਿਆਂ ਕੋਲੋਂ ਪੈਸੇ ਲੈ ਕੇ ਕੀਤਿਆ, ਇਮਾਨਦਾਰੀ ਕਿੱਥੇ ਰਹਿ ਗਈ? ਇਹ ਤਾਂ ਪੈਸੇ ਇਕੱਠੇ ਕਰਕੇ ਦਿੱਲੀ ਆਪਣਾ ਘਰ ਭਰ ਰਹੇ ਨੇ। ਉਧਰ ਕਿਸਾਨਾਂ ਵੱਲੋਂ ਬਣਾਈ ਗਈ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਵੱਲੋਂ ਜੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਉਹਨਾਂ ਉਮੀਦਵਾਰਾਂ ਦੇ ਐਲਾਨ ਦੇ ਉੱਪਰ ਵੀ ਕੁਝ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ। ਰੋਪੜ ਵਿਖੇ ਕਿਸਾਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਜੋ ਉਮੀਦਵਾਰ ਐਲਾਨਿਆ ਗਿਆ ਹੈ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਸੰਯੁਕਤ ਸਮਾਜ ਮੋਰਚਾ ਦੇ ਵਿੱਚ ਆਇਆ। ਸਾਬਕਾ ਕਾਂਗਰਸੀ ਆਗੂ ਨੂੰ ਟਿਕਟ ਦੇਣ ਦਾ ਇਹਨਾਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਉੱਪਰ ਵੀ ਗੰਭੀਰ ਸਿਆਸੀ ਇਲਜ਼ਾਮ ਲਗਾਏ ਗਏ ਨੇ। ਅਸੀਂ ਉਰੇ ਸਰਕਾਰ ਦੀ, ਪੰਜਾਬ ਸਰਕਾਰ ਦੀ ਮਕਾਨ ਦਿੰਦੇ ਰਹੇ ਲਾਈਨਾਂ ਤੇ ਬੈਠ ਕੇ, ਅੱਜ ਸਾਨੂੰ ਮਜਬੂਰ ਹੋਣਾ ਪਿਆ ਰਾਜੇਵਾਲ ਦੀ ਮਕਾਨ ਦੇਣ ਵਾਸਤੇ। ਕਿਉਂ? ਉਸਨੇ ਪੈਸੇ ਲੈ ਕੇ ਟਿਕਟਾਂ ਜਿਹੜੀਆਂ ਵੇਚੀਆਂ, ਕਾਂਗਰਸੀ ਬੰਦਿਆਂ ਨੂੰ ਦਿੱਤੀਆਂ ਟਿਕਟਾਂ। ਇਹਦਾ ਅਸੀਂ ਵਿਰੋਧ ਕਰਦੇ ਹਾਂ, ਰੱਜ ਕੇ ਕਰਦੇ ਰਵਾਂਗੇ। ਪਹਿਲਾਂ ਇਹ ਇਲਜ਼ਾਮ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਦੇ ਲੱਗਦੇ ਸਨ, ਪਰ ਹੁਣ ਤੁਹਾਡੇ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਲੀਡਰ ਨੇ ਉਹਨਾਂ ਦੇ ਇਲਜ਼ਾਮ ਲੱਗ ਰਹੇ ਨੇ। ਕੀ ਸਬੂਤ ਕੀ ਨੇ? ਹੁਣ ਇਹ ਤਾਂ ਚੜੋਨੀ ਸਾਹਿਬ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਬੰਦੇ ਗਰਦਾਰ ਹੈ, ਵਾਕਈ ਗਰਦਾਰ ਨਿਕਲੇ। ਕੋਈ ਇਹਦੇ ਵਿੱਚ ਸਾਨੂੰ ਕੋਈ ਕਹਿਣ ਦੀ ਮਤਲਬ ਅਸੀਂ ਝਿਜਕਾਂਗੇ ਨਹੀਂ। ਗਰਦਾਰ ਨਿਕਲੇ, ਗਰਦਾਰਾਂ ਵਾਲੇ ਕੰਮ ਕਰਤੇ ਇਹਨਾਂ ਨੇ। ਗਰਦਾਰਾਂ ਨੂੰ ਕਦੇ ਵੀ ਕੌਮ ਬਖਸ਼ਦੀ ਨਹੀਂ ਹੈਗੀ। ਕੀ ਕਾਰਨ ਹੈ ਜਿਹੜਾ ਕਿ ਕਿੰਨੀਆਂ ਕੁ ਟਿਕਟਾਂ ਜਿਹੜੀਆਂ ਕਿ ਇਸ ਤਰ੍ਹਾਂ ਦਿੱਤੀਆਂ ਜਾ ਰਹੀਆਂ? ਪਤਾ ਨਹੀਂ ਕਿੰਨੀਆਂ ਕੁ ਦੇ ਦਿੱਤੀਆਂ ਹੋਣੀਆਂ। ਆਹ ਤਾਂ ਗੱਲ ਹੁਣ ਨੰਗੀ ਹੋਈ ਆ, ਪਤਾ ਨਹੀਂ ਕਿੰਨੀਆਂ ਕੁ ਦੇ ਦਿੱਤੀਆਂ। ਆਮ ਬੰਦੇ ਨੂੰ ਤਾਂ ਦਿੱਤੀ ਹੋਈ ਨਹੀਂ ਹੈਗੀ ਕਿਸੇ ਨੂੰ। ਜਿਹੜੀ ਰੂਪਨਗਰ ਤੋਂ ਟਿਕਟ ਦਿੱਤੀ ਗਈ, ਕਿਸ ਨੂੰ ਦਿੱਤੀ ਗਈ? ਕਿਉਂ ਇਤਰਾਜ਼ ਹੈ? ਇਹ ਇਤਰਾਜ਼ ਹੈ, ਕਾਂਗਰਸੀ ਬੰਦਾ ਉਹਦੀਆਂ ਫੋਟੋਆਂ ਸਾਡੇ ਹੱਥ ਵਿੱਚ ਹੈ, ਉਹ ਕਾਂਗਰਸ ਵਿੱਚ ਹੈ, ਕਾਂਗਰਸੀਆਂ ਨੂੰ ਟਿਕਟ ਦਿੱਤੀ ਗਈ ਆ। ਇਸ ਕਰਕੇ ਅਸੀਂ ਵਿਰੋਧ ਕਰਦੇ ਆ ਕਿ ਸਾਡੇ ਜ਼ਿਮੀਂਦਾਰ ਹੈ ਨਹੀਂ ਸੀ, ਸਾਡੇ ਮਜ਼ਦੂਰ ਭਰਾ ਹੈ ਨਹੀਂ ਸੀ, ਅਸੀਂ ਲੜਾਈਆਂ ਇਕੱਠੇ ਹੋ ਕੇ ਲੜੀਆਂ। ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ। ਕਿੰਨੇ ਕੁ ਜਿਹੜੇ ਕਿ ਜ਼ਿਮੀਂਦਾਰ ਜਿਹੜੇ ਕਿਸਾਨ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਰੂਪਨਗਰ ਤੋਂ? ਰੋਪੜ ਦੇ 7-8 ਅਰਜ਼ੀਆਂ ਗਈਆਂ ਸੀ, ਪਰ ਇਹਨਾਂ ਨੇ ਮਤਲਬ ਉਹਨਾਂ ਵਿੱਚ ਕਿਸੇ ਮਤਲਬ ਬੰਦੇ ਨੂੰ ਨਹੀਂ ਰੱਖਿਆ। ਬਗੈਰ ਅਰਜ਼ੀ ਵਾਲਾ ਬੰਦਾ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਆ। ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ। ਅਸੀਂ ਤਾਂ ਇਹ ਗੱਲ ਇਹ ਤਾਂ ਕਹਿਣਾ ਹੀ ਚਾਹੁੰਦੇ, ਇਹ ਰਿਕੁਐਸਟ ਕਰਦੇ ਜੀ ਰਾਜੇਵਾਲ ਸਾਹਿਬ, ਸਾਰੀ ਕਮੇਟੀ ਨੂੰ, ਸਕਰੀਨਿੰਗ ਕਮੇਟੀ ਆ ਜਿਹੜੀ ਕਿ ਟਿਕਟਾਂ ਦੀ ਵੰਡ ਕਰਦੀ ਵੀ, ਇੱਥੇ ਮੁੜ ਵਿਚਾਰ ਕਰਕੇ ਸਹੀ ਉਮੀਦਵਾਰ ਨੂੰ, ਜਿਹੜਾ ਕਿ ਸਹੀ ਜਿੱਤਣਯੋਗ ਬੰਦਾ ਹੋਵੇ, ਉਹਨੂੰ ਟਿਕਟ ਦਿੱਤੀ ਜਾਵੇ। ਇਹਨਾਂ ਦਾ ਅਸੀਂ ਉਸ ਤੇ ਧੰਨਵਾਦ ਵੀ ਕਰਾਂਗੇ। ਸਾਨੂੰ ਕੈਂਡੀਡੇਟ ਦੇਣ ਦਾ ਮਤਲਬ ਇਹੀ ਹੈ ਵੀ ਜੇ ਉਹ ਜਿੱਤੇਗਾ, ਜੇ ਜਿੱਤਿਆ ਹੀ ਨਾ ਫਿਰ ਸਾਡੇ ਸੰਯੁਕਤ ਮੋਰਚੇ ਨੂੰ, ਫਿਰ ਤਾਂ ਅਸੀਂ ਜਿਹੜੀ ਰਾਜਨੀਤਿਕ ਪਾਰਟੀ ਉਹਨੂੰ ਫਾਇਦਾ ਪਹੁੰਚਾਉਣ ਦੇ ਬਾਰੇ ਅਸੀਂ ਕਰ ਰਹੇ ਹਾਂ। ਜੋ ਹੁਣ ਅਸੀਂ ਕਰ ਰਹੇ, ਅਸੀਂ ਰਾਜਨੀਤਿਕ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਦੇ ਬਾਰੇ ਕਰ ਰਹੇ ਹਾਂ। ਸੂਬੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ 14 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ 20 ਸੀਟਾਂ ਦੇ ਉੱਪਰ BSP ਚੋਣਾਂ ਲੜ ਰਹੀ ਹੈ। ਫਗਵਾੜਾ ਤੋਂ BSP ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਨਾਮ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਵੀ ਹੋਰ ਉਮੀਦਵਾਰਾਂ ਦਾ ਐਲਾਨ ਅੱਜ ਕੀਤਾ ਗਿਆ।
ਪਾਇਲ ਤੋਂ ਡਾਕਟਰ ਜਸਪ੍ਰੀਤ ਸਿੰਘ ਚੋਣਾਂ ਲੜਨਗੇ। ਭੋਆ ਤੋਂ ਬੀਐਸਪੀ ਨੇ ਡਾਕਟਰ ਰਕੇਸ਼ ਮਹਾਸ਼ਾ ਨੂੰ ਟਿਕਟ ਦਿੱਤੀ ਹੈ। ਨਵਾਂ ਸ਼ਹਿਰ ਤੋਂ ਡਾਕਟਰ ਨਛੱਤਰਪਾਲ ਦੇ ਨਾਮ ਦਾ ਐਲਾਨ ਕੀਤਾ ਗਿਆ, ਜਦਕਿ ਪਠਾਨਕੋਟ ਤੋਂ ਜੋਤੀ ਭੀਮ ਨੂੰ ਟਿਕਟ ਦਿੱਤੀ ਗਈ ਹੈ। ਦੀਨਾਨਗਰ ਤੋਂ ਕਮਲਜੀਤ ਚਾਵਲਾ ਨੂੰ ਬੀਐਸਪੀ ਵੱਲੋਂ ਉਮੀਦਵਾਰ ਬਣਾਇਆ ਗਿਆ। ਕਪੂਰਥਲਾ ਤੋਂ ਦਵਿੰਦਰ ਸਿੰਘ ਢਪਈ ਨੂੰ ਟਿਕਟ ਦਿੱਤੀ ਗਈ ਹੈ। ਬੀਐਸਪੀ ਵੱਲੋਂ ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ ਨੂੰ ਟਿਕਟ ਦਿੱਤੀ ਗਈ ਹੈ। ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ ਨੂੰ ਬੀਐਸਪੀ ਵੱਲੋਂ ਟਿਕਟ ਦਿੱਤੀ ਗਈ ਹੈ, ਜਦਕਿ ਟਾਂਡਾ ਉੜਮੜ ਤੋਂ ਲਖਵਿੰਦਰ ਸਿੰਘ ਲੱਖੀ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਿਹਾਰ ਨੂੰ ਬੀਐਸਪੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਅਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ ਨੂੰ ਉਮੀਦਵਾਰੀ ਲਈ ਟਿਕਟ ਦਿੱਤੀ ਗਈ ਹੈ। ਬੱਸੀ ਪਠਾਣਾ ਤੋਂ ਸ਼ਿਵ ਕੁਮਾਰ ਕਲਿਆਣ ਬੀਐਸਪੀ ਵੱਲੋਂ ਚੋਣਾਂ ਲੜਨਗੇ। ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਨੂੰ ਬੀਐਸਪੀ ਵੱਲੋਂ ਉਮੀਦਵਾਰ ਬਣਾਇਆ ਗਿਆ। ਸੋ ਕੁੱਲ 14 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ। ਤੇ ਆਓ ਹੁਣ ਸੁਣ ਲੈਂਦੇ ਹਾਂ ਅੱਜ ਦੇ ਕੁਝ ਖਾਸ ਸਿਆਸੀ ਬਿਆਨ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਦਾ ਵਾ। ਬੇਸ਼ੱਕ ਕੇਂਦਰ ਸਰਕਾਰ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਕੇਜਰੀਵਾਲ ਸਰਕਾਰ ਨੂੰ ਬਾਈਪਾਸ ਕਰਕੇ ਸਿੱਧੀ ਰਿਹਾਈ ਕਰ ਦੇ, ਜਾਂ ਕੇਜਰੀਵਾਲ ਸਰਕਾਰ ਆਰਟੀਕਲ 161 ਦੇ ਤਹਿਤ ਖੁਦ ਆਪ ਜਿਹੜਾ ਰਿਹਾਈ ਦਾ ਐਲਾਨ ਕਰੇ, ਕਿਉਂਕਿ ਇਸ ਸਮੇਂ ਉਹਨਾਂ ਦੀ ਰਿਹਾਈ ਵਿੱਚ ਕੋਈ ਵੀ ਸੰਵਿਧਾਨਕ ਤੇ ਕਾਨੂੰਨੀ ਅੜਚਨ ਬਾਕੀ ਨਹੀਂ ਰਹੀ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤੰਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਸੀ 8 ਬੰਦੀਆਂ ਦੀ ਰਿਹਾਈ ਦਾ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੀ। ਉਸ ਨੋਟੀਫਿਕੇਸ਼ਨ ਦੇ ਵਿਰੁੱਧ ਜਿਹੜਾ ਬਿੱਟਾ ਸੀ, ਜਿਹੜਾ ਇਸ ਕੇਸ ਦਾ ਮਦਈ ਆ, ਜਿਹੜਾ ਜ਼ਖਮੀ ਹੋਇਆ ਕਿਹਾ ਜਾਂਦਾ ਵਾ, ਉਹ ਨਵੰਬਰ 2019 ਨੂੰ ਸੁਪਰੀਮ ਕੋਰਟ ਵਿੱਚ ਚਲ ਗਿਆ ਸੀ। ਸੁਪਰੀਮ ਕੋਰਟ ਨੇ ਉਹਦੇ ਉੱਤੇ 9 ਦਸੰਬਰ ਨੂੰ ਸਟੇਟਸ ਕੋ ਕਰ ਦਿੱਤਾ, ਤੇ ਜਿਹੜਾ ਸਟੇਟਸ ਕੋ ਹੁਣ 9 ਦਸੰਬਰ 1921 ਨੂੰ ਜਿਹੜਾ ਵਾ ਉਹਦੀ ਰਿਟ ਜਿਹੜੀ ਆ ਖਾਰਜ ਹੋ ਗਈ ਆ। ਹੁਣ ਕੋਈ ਵੀ ਕਾਨੂੰਨੀ ਤੇ ਸੰਵਿਧਾਨਕ ਅੜਚਨ ਨਹੀਂ। ਅਸੀਂ ਕੇਜਰੀਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ ਲਈ 9 ਦਸੰਬਰ 2021 ਤੋਂ ਬਾਅਦ ਹੁਣ ਤੱਕ ਕਿਹੜੀ ਅੜਚਨ ਆ ਜਿਹਦੇ ਤਹਿਤ ਉਹਨਾਂ ਨੇ ਇਹ ਕੇਸ ਜਿਹੜਾ ਫਾਈਲ ਦੇ ਉੱਤੇ ਸਾਈਨ ਨਹੀਂ ਕੀਤਾ। ਕਿਉਂਕਿ ਜਿਹੜੀਆਂ ਰਿਪੋਰਟਾਂ ਸੀ, ਸੋਸ਼ਲ ਰਿਪੋਰਟ ਉਹ ਵੀ ਚੱਲ ਗਈ, ਮੈਡੀਕਲ ਰਿਪੋਰਟ ਵੀ ਚੱਲ ਗਈ, ਜੇਲ੍ਹ ਰਿਪੋਰਟ ਵੀ ਚੱਲ ਗਈ, ਪੁਲਿਸ ਰਿਪੋਰਟ ਵੀ ਚੱਲ ਗਈ, ਸਾਰਿਆਂ ਨੇ ਹੀ ਉਹਦੇ ਵਿੱਚ ਸਿਫਾਰਿਸ਼ ਕੀਤੀ ਆ ਉਹਦੀ ਰਿਹਾਈ ਦੀ। ਜਦੋਂ ਰਿਹਾਈ ਦੀ ਸਿਫਾਰਿਸ਼ ਕਰ ਦਿੱਤੀ ਆ, ਫਿਰ ਕਿਹੜੀ ਕਾਨੂੰਨੀ ਅੜਚਨ ਆ, ਚਾਹੇ ਕੀ ਕਾਰਨ ਆ, ਕੀ ਵੋਟ ਨੀਤੀ ਆ ਉਹਦੇ ਪਿੱਛੇ, ਜਾਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਾਂ ਸਿੱਖਾਂ ਦੇ ਨਾਲ ਵੈਰ ਭਾਵਨਾ ਈਰਖਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਜਾਂ ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਇੱਕ ਟੈਰੋਰਿਸਟ ਹੀ ਅਜੇ ਤੱਕ ਮੰਨਿਆ ਜਾ ਰਿਹਾ। ਇਹ ਗੱਲਾਂ ਸਾਰੀਆਂ ਉਹ ਸਪਸ਼ਟ ਕਰੇ। ਤੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ 2019 ਦੇ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਖੁਦ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਸੀ, ਤੇ ਫਿਰ ਤੁਸੀਂ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਜੇ ਕੇਜਰੀਵਾਲ ਸਰਕਾਰ ਡਿਲੇ ਕਰ ਰਿਹਾ, ਤੇ ਤੁਸੀਂ ਉਹਨੂੰ ਬਾਈਪਾਸ ਕਰਕੇ ਤੇ ਇਹ ਕਿਉਂ ਨਹੀਂ ਕਰ ਰਹੇ ਰਿਹਾਈ ਜਿਹੜੀ ਆ। ਸੂਬੇ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।